ਬਿਸਮਿਲ੍ਲਾਹਿਰ ਰਹਿਮਾਨ ਰਹੀਮ। अस्सलाम वालेकुम। मैं जी साबर, तुसीं वेखना साबर की दुनिया। साडे कोल एक साडा दोस्त आया, बहुत ही जबरदस्त शुगली बंदा। गल सुनदा मैं दिल खुश कर दिंदा। ਆਪਾਂ ਇਹਦੇ ਕੋਲ ਗੱਲ ਸੁਣਦੇ ਆ ਤੇ ਮੈਂ ਫਿਰ ਆਪਾਂ ਇਹਨੂੰ ਲਾ ਲੈਨੇ ਆਵਾਜ਼ ਅੱਛੀ ਆਏਗੀ। ਇਹ ਲਾਓ ਜੀ। ਅੱਛਾ ਜੀ, ਅੱਜ ਅਸੀਂ ਗੱਲ ਕਰਨ ਲੱਗੇ ਹਾਂ ਵੀ ਬੰਦਿਆਂ ਦੇ ਮੁਤਲਕ ਵੀ ਇਨਸਾਨ ਜਿਹੜੀ ਸੋਚ ਸੋਚਦਾ ਤੇ ਉਹ ਕਿੱਦਾਂ ਸੋਚਦਾ, ਯਾਨੀ ਜਿਹੜਾ ਕੰਮ ਮੈਂ ਕਰਾਂ ਉਹ ਸਹੀ ਆ, ਜਿਹੜਾ ਕੋਈ ਕਰੇ ਉਹ ਸਹੀ ਨਹੀਂ। ਤੁਸੀਂ ਦੂਰ ਕੀ ਜਾਣਾ, ਤੁਸੀਂ ਇਹ ਲਾ ਲਓ ਵੀ ਹੁਣ ਪਹਿਲੇ ਹਕੂਮਤ ਸੀ ਨੂਨ ਲੀਗ ਦੀ ਤੇ ਲੋਕ ਉਹਦੇ ਤੋਂ ਬੜੇ ਤੰਗ ਸਨ। ਲੋਕਾਂ ਆਖਿਆ ਜੀ ਲਓ ਜੀ ਇੰਨਾ ਕਰਜ਼ਾ ਹੋ ਗਿਆ, ਇੱਕ ਇੱਕ ਬੱਚਾ ਸਾਡਾ ਕਰਜ਼ਾਈ ਹੋ ਗਿਆ, ਇਦਾਂ ਹੋ ਗਈ ਵੀ ਵੰਨ ਸਵੰਨੀ ਜੋ ਕਿਸੇ ਕੋਲ ਹੋ ਸਕੇ ਉਹਨੇ ਗੱਲ ਕੀਤੀ। ਉਹ ਹਕੂਮਤ ਬਦਲੀ, ਇਮਰਾਨ ਖਾਨ ਸਾਹਿਬ ਦੀ ਆ ਗਈ ਹਕੂਮਤ। ਅੱਛਾ, ਉਹ ਹਰ ਬੰਦੇ ਨੇ ਆਖਿਆ ਲਓ ਜੀ ਇਹ ਨਵਾਂ ਪਾਕਿਸਤਾਨ ਹੈ, ਇਹ ਨਵਾਂ ਪਾਕਿਸਤਾਨ। ਪਹਿਲੋਂ ਸਾਰੇ ਰਲ ਮਿਲ ਕੇ ਟੁਰੇ ਸੀ ਵੀ ਨਵਾਂ ਪਾਕਿਸਤਾਨ ਬਣਾ ਲਈਏ। ਉਹ ਫਿਰ ਜਦੋਂ ਨਵਾਂ ਪਾਕਿਸਤਾਨ ਬਣ ਗਿਆ ਉਹਨਾਂ ਨੇ ਆਖਿਆ ਲਓ ਜੀ ਇਹ ਕੀ ਹੋਇਆ, ਇਹ ਇਦਾਂ ਹੋ ਗਈ, ਇਦਾਂ ਹੋ ਗਈ, ਮਹਿੰਗੀ ਹੋ ਗਈ, ਸਸਤੀ ਹੋ ਗਈ, ਉਹ ਠੀਕ ਸੀ, ਇਹ ਠੀਕ ਸੀ। ਅੱਛਾ, ਉਹ ਕਰਦੇ ਉਹਨੇ ਸਾਰਿਆਂ ਨੇ ਆਖਿਆ ਜੀ ਲਓ ਖਾਨ ਸਾਹਿਬ ਨੇ ਇਦਾਂ ਕਰਦੇ ਨਵਾਂ ਹਕੂਮਤ। ਉਹ ਮੀਡੀਆ ਵਾਲੇ ਚੁੱਕ ਟੁੱਟੇ ਕੈਮਰੇ, ਉਹਨੂੰ ਜਾ ਪੁੱਛਿਆ ਵੀ, ਲੋਕਾਂ ਨੂੰ ਪੁੱਛਿਆ ਵੀ ਤੇ ਪੁਰਾਣਾ ਪਾਕਿਸਤਾਨ ਸਹੀ ਸੀ ਨਵਾਂ? ਉਹਨਾਂ ਨੇ ਆਖਿਆ ਜੀ ਪੁਰਾਣਾ ਹੀ ਸਹੀ ਸੀ। ਅੱਛਾ, ਉਹ ਫਿਰ ਉਹ ਅੱਲਾ ਦੀ ਕਰਨੀ, ਉਹ ਫਿਰ ਪੁਰਾਣਾ ਫਿਰ ਆ ਗਿਆ। ਉਹ ਹੁਣ ਕਹਿੰਦੇ ਨਹੀਂ ਨਵਾਂ ਹੀ ਸਹੀ ਵੀ। ਬੰਦਾ ਉਹ ਸਿਆਣੇ ਕਹਿੰਦੇ ਵੀ ਦਾਤਰੀ ਨੂੰ ਇੱਕ ਪਾਸੇ ਦਿੰਦੇ ਤੇ ਦੁਨੀਆ ਨੂੰ ਦੋ ਪਾਸੇ ਦਿੰਦੇ। ਹਾਂਜੀ, ਵੀ ਕੋਈ ਸ਼ੈ ਸਹੀ ਨਹੀਂ ਹੋਣ ਦੇਣੀ, ਸਿੱਧੀ ਨਹੀਂ ਹੋਣ ਦੇਣੀ। ਉਹ ਹੁਣ ਉਹ ਹੈਲਮਟ ਵਾਲਾ, ਉਹ ਕਹਿੰਦੇ ਜੀ ਉਹ ਸਰਕਾਰ ਦਾ ਹੈਲਮਟ ਵਾਲਾ ਨਾਲ ਠੇਕਾ ਹੋ ਗਿਆ। ਚਲੋ ਜੀ ਠੇਕਾ ਹੋ ਗਿਆ, ਚਲੋ ਇੱਕ ਵਾਰੀ ਤੁਸੀਂ ਪੈਸੇ ਭਰਨੇ ਤੁਹਾਡੀ ਸਿਹਤ ਵਾਸਤੇ, ਤੁਹਾਡੇ ਹਿਫਾਜ਼ਤ ਵਾਸਤੇ ਵੀ ਹੋ ਜਾਣਾ। ਔਖੇ ਸੌਖੇ ਭਰ ਲਓ। ਹਜ਼ਾਰ ਹਜ਼ਾਰ ਦਾ ਅਸੀਂ ਬੰਦੇ ਨੂੰ ਪੈਕੇ ਲੋਨ ਦਾ ਵੇਖਿਆ ਹਫ਼ਤੇ ਦਾ। ਹਾਂਜੀ, ਮਾੜੇ ਤੋਂ ਮਾੜੇ ਬੰਦੇ ਕੋਲ ਵੀ 20,000 ਦਾ ਮੋਬਾਈਲ ਆ। ਜਿਹੜੇ ਮੋਟਰਸਾਈਕਲ ਤੇ ਚੜਿਆ ਫਿਰਦਾ ਉਹ ਵੀ ਫਿਰ ਮੁੱਲ ਲਿਆ, ਰੋਜ਼ ਵਿੱਚ ਤੇਲ ਪਵਾਉਂਦਾ। ਜੇ ਸਰਕਾਰ ਦੀ ਆਖੀ ਲੱਗ ਕੇ ਹੈਲਮਟ ਪਾ ਲਓਗੇ ਤਾਂ ਕੁਛ ਨਹੀਂ ਹੋਣ ਲੱਗਾ। ਸਰਕਾਰ ਤੁਹਾਡੇ ਫਾਇਦੇ ਵਾਸਤੇ ਹੈ। ਚਲੋ ਜੀ, ਹਾਂਜੀ ਤੁਸੀਂ ਦੱਸੋ ਜੀ। ਅਸੀਂ ਆ ਦੋ ਦਾਤਰੀਆਂ ਦੇ ਦੋ ਪਾਸੇ ਦੰਦਿਆਂ ਦੀ ਗੱਲ ਕਰਦੇ ਆ ਕਿ ਉਹ ਜਿਵੇਂ ਇਮਰਾਨ ਖਾਨ ਆਇਆ ਉਹਨੇ ਕਿਹਾ ਵੀ ਆਪਾਂ ਨਵਾਂ ਪਾਕਿਸਤਾਨ ਬਣਾ ਲਈਏ। ਉਹ ਨਵਾਂ ਪਾਕਿਸਤਾਨ ਉਹਨੇ ਕਿਹਾ ਬਣਾਉਣਾ ਸੀ ਜਿਵੇਂ ਜਾਨਵਰਾਂ ਦਾ ਹਿਸਾਬ ਲਾ ਲਓ ਵੀ ਉਹ ਕਮਾਦੀ ਕੁੱਕੜ ਸੀਗਾ ਤੇ ਬੜੀ ਪਿਆਰੀ ਬੋਲੀ ਬੋਲਦਾ ਸੀ। ਉਹਨੇ ਕਿਹਾ ਮੈਂ ਅੱਲਾ ਕੋ ਸਿੱਖਾਂ ਚੱਲਾਂ ਵਾਂ ਬੋਲੀ ਸਿੱਖਣ। ਉਹ ਰਾਹ ਚ ਗਿਆ ਤੇ ਆਪਦੀ ਭੁੱਲ ਗਈ, ਹੁਣ ਘੂ 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 ਕਰਕੇ ਤੇ ਉਹ ਕਮਾਦ ਚ ਵੜ ਗਿਆ। ਤੇ ਉਹ ਫਿਰ ਪਿੱਛੋਂ ਦੂਸਰੇ ਜਿਹੜਾ ਕੋਈ ਸਮਝਦਾਰ ਸੀਗਾ ਉਹਨੇ ਆਖਿਆ ਵੀ ਇਹ ਤੇ ਕੰਜਰ ਕਮਾਦ ਨੂੰ ਵੜ ਗਿਆ, ਹੁਣ ਸਾਨੂੰ ਕਿਹਨੇ ਸਿਖਾਉਣੀ ਹੈ। ਹੁਣ ਚਲੋ ਆਪਾਂ ਆਪਸ ਚ ਰਲ ਮਿਲ ਕੇ ਤੇ ਗੁਜ਼ਾਰਾ ਕਰਾ ਲੈਨੇ। ਉਹ ਹਿਸਾਬ ਇਮਰਾਨ ਖਾਨ ਦਾ ਬਣਿਆ। ਉਹ ਭੱਜਾ ਆਇਆ, ਉਹਨੇ ਤੋਸ਼ਾਖਾਨਾ ਚ ਘੜੀ ਵੇਚ ਕੇ ਤੇ ਉਹ ਆਦੀ ਬੋਲੀ ਸਿੱਖਣ ਚਲਾ ਗਿਆ। ਤੇ ਉਹਨੂੰ ਅਗਲੀ ਵੀ ਭੁੱਲ ਗਈ ਤੇ ਪਿਛਲੀ ਵੀ। ਉਹਨੂੰ ਸਾਈਆਂ ਹੁਣ ਅੰਦਰ ਨਜ਼ਰਬੰਦ ਕੀਤਾ ਤੇ ਹੁਣ ਬਾਕੀ ਫਿਰ ਉਹ ਜ਼ਿਆਦਾ ਨਿਜ਼ਾਮ ਚਲਾਈ ਜਾਂਦੇ ਵੀ ਉਹ ਕੋਸ਼ਿਸ਼ ਕਰਦੇ ਠੀਕ ਕਰਨ ਦੀ। ਮੈਂ ਕਹਿੰਦਾ ਐਡਾ ਸੋਹਣਾ ਪਾਕਿਸਤਾਨ, ਇੰਨੀ ਮਿਹਨਤੀ ਨਾਲ ਕਰਕੇ ਹਸਪਤਾਲ ਵੇਖ ਲਓ, ਕੋਈ ਅਦਾਰਾ ਵੇਖ ਲਓ, ਬੜੀ ਮਿਹਨਤ ਨਾਲ ਹਾਦਸੇ ਬਣੇ। ਲੇਕਿਨ ਜਿਹੜੇ ਉਹਦੇ ਵਿੱਚ ਬੈਠੇ ਨੇ ਯਕੀਨ ਕਰਕੇ ਜਦੋਂ ਪੈਸੇ ਲੈ ਕੇ ਵੀ ਕੰਮ ਲੋਕਾਂ ਦਾ ਨਹੀਂ ਕਰਦੇ, ਔਰ ਹਰ ਸ਼ਾਇਦ ਜ਼ਾਇਆ ਹੁੰਦੀ ਫਿਰਦੀ। ਬੜੀਆਂ ਮਹਿੰਗੀਆਂ ਮਸ਼ੀਨਾਂ ਪਈਆਂ ਹਸਪਤਾਲ ਦੇ ਵਿੱਚ। ਤੁਸੀਂ ਕਹਿ ਲਓ ਯਾਰ ਇਹ ਤੋਂ ਵੱਧ ਕੀ ਵੀ ਹੋਰ ਹੋ ਸਕਦਾ ਕਿ ਇੱਕ ਬੰਦਾ ਬਿਲਕੁਲ ਹੀ ਉਹਦਾ ਐਂਡ ਹੋਇਆ ਖੜਾ। ਜਿਹੜਾ ਬੰਦਾ ਆ ਹੀ ਹਸਪਤਾਲ 'ਚ ਗਿਆ ਯਾਰ ਬਿਮਾਰ ਹੋ ਗਿਆ, ਉਹਦੇ ਨਾਲ ਵੀ ਜ਼ਿਆਦਤੀ ਕਰਦੇ ਜੀ। ਖੂਨ ਵਿੱਚ ਪਾਣੀ ਪਾਉਂਦੇ। ਕੋਈ ਹੈ ਕੋਈ ਹਿਸਾਬ ਕਿਤਾਬ ਹੈ? ਲੈਬਾਰਟਰੀ ਵਾਲੇ ਚਲੇ ਜਾਓ, ਉਹ ਪਿਛਲੇ ਦਿਨਾਂ 'ਚੋਂ ਇਕਰਾਰ ਹਸਨ ਸਾਹਿਬ ਨੇ, ਉਹ ਬੜੇ ਅੱਛੇ ਬੰਦੇ ਨੇ, ਉਹਨਾਂ ਜਿਹਨਾਂ ਮੁਰਗੀ ਦਾ ਖੂਨ ਟੈਸਟ ਕਰਵਾਤਾ, ਉਹਨਾਂ ਨੇ ਓਕੇ ਦੇ ਦਿੱਤਾ। ਉਹਨਾਂ ਨੇ ਪਾਣੀ 'ਚ ਰੰਗ ਪਾ ਕੇ ਦਿੱਤਾ, ਉਹਨਾਂ ਨੇ ਓਕੇ ਕਰ ਦਿੱਤਾ। ਦੱਸ ਇਹ ਤਾਂ ਹਾਲਾਤ ਨੇ। ਫਿਰ ਕਹਿੰਦੇ ਜੀ ਜਿਹੜਾ ਬੰਦਾ ਬੋਲਦਾ ਨਾ ਕਿਉਂ ਭਾਈ, ਹਾਂਜੀ ਜਿਹੜਾ ਬੰਦਾ ਬੋਲਦਾ ਕਹਿੰਦਾ ਜੀ ਇਹ ਅਖੇ ਪਾਕਿਸਤਾਨ ਕੰਮ ਹਰਾਮ ਦਾ ਆਪ ਕਰਨਾ, ਕਹਿਣਾ ਇਹ ਪਾਕਿਸਤਾਨ ਇੱਥੇ ਚੱਲ। ਓਏ ਬਗੈਰ ਤੇ ਤੂੰ ਕਹਿ ਵੀ ਮੈਂ ਹਰਾਮ ਦਾ, ਮੈਂ ਇਹ ਕੰਮ ਕੀਤਾ, ਆਪਦੇ ਤੇ ਲਾ ਨਾ ਯਾਰ। ਬਿਲਕੁਲ ਪਾਕਿਸਤਾਨ ਦਾ ਕੀ ਕਸੂਰ? ਹਾਂ ਤੂੰ ਬਗੈਰ ਤਾਂ ਤੈਨੂੰ ਰਹਿਣ ਨੂੰ ਥਾਂ ਦਿੱਤੀ, ਏਦਾਂ ਦਾ ਮੁਲਕ ਕਿਤੇ ਹੈ ਪੂਰੀ ਦੁਨੀਆ ਤੇ? ਮੈਂ ਕਹਿੰਦਾ ਪਾਕਿਸਤਾਨ ਵਰਗਾ ਕਿਤੇ ਵੀ ਨਹੀਂ ਹੈਗਾ। ਲੋਕਾਂ ਨੂੰ ਕਦਰ ਨਹੀਂ ਹੈਗੀ। ਉਹਨਾਂ ਨੂੰ ਪੁੱਛ ਕੇ ਵੇਖ ਜਿਹਨਾਂ ਕੋਲ ਆਪਦਾ ਮੁਲਕ ਨਹੀਂ ਹੈਗਾ। ਆ ਪਿਛਲੇ ਦਿਨ ਕੱਢੇ ਨਹੀਂ ਆ ਗੱਤਾ ਇਕੱਠਾ ਕਰਨ ਵਾਲੇ, ਚਣੇ ਭੇਜਣ ਵਾਲੇ, ਹਾਂਜੀ ਹਾਂਜੀ ਕਿਵੇਂ ਚੀਕਾਂ ਮਾਰਦੇ ਗਏ। ਹਾਂਜੀ, ਬਿਲਕੁਲ ਇੱਥੇ ਆ ਕੇ ਉਹਨਾਂ ਨੇ ਗੱਡੀਆਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ ਤੇ ਉਹ ਫਿਰ ਭੌਂਕਦੇ ਫਿਰ ਉਹਨੂੰ ਹੀ ਆਪਦੇ ਘਰ ਨੂੰ ਫਿਰ ਵੀ ਉਹ ਠੀਕ ਹੈ ਤੇ ਇਹ ਨਹੀਂ ਠੀਕ। ਹਾਂਜੀ, ਸਮਝ ਤੇ ਤੁਸੀਂ ਗਿਆ ਵੀ ਅਖਵਾਨੀ ਹਰਾਮ ਨਮਕ ਹਰਾਮੀਆਂ ਦੀ ਗੱਲ ਕਰਦੇ ਆ ਵੀ ਉਹਨਾਂ ਨੇ ਨੰਗੇ ਪੈਰੀ ਆਏ। ਯਕੀਨ ਕਰਕੇ ਜਦੋਂ ਨੰਗੇ ਪੈਰੀ ਤੇ ਪਾਟੇ ਟੂਟੇ ਕੱਪੜੇ ਨਾਲ ਆਏ ਸੀ, ਜਦੋਂ ਗਏ ਆ ਤੁਸੀਂ ਵੇਖਿਆ ਨਾ ਲਾਈਨਾਂ ਲੱਗੀਆਂ ਟਰੱਕਾਂ ਦੀਆਂ, 3 ਮਹੀਨੇ ਟਰੱਕਾਂ ਦੀਆਂ ਲਾਈਨਾਂ ਹੀ ਨਹੀਂ ਮੁੱਕੀਆਂ। ਹਾਂਜੀ, ਹਾਲੇ ਵੀ ਉਹ ਬਾਰਡਰ ਤੇ ਜਾ ਹੀ ਰਹੇ ਨੇ।
ਤੇ ਟਰੱਕਾਂ ਲੈ ਕੰਟੇਨਰ ਲਈ ਜਾਂਦੇ, ਮੈਂ ਕਹਿੰਦਾ ਵੱਡੀ ਵੱਡੀ ਮਸ਼ੀਨਰੀ ਪੱਟ ਲਈ ਜਾਂਦੇ ਉਹਨਾਂ ਨੇ ਇੰਨਾ ਕੁਛ ਬਣਾ ਲਿਆ ਤੇ ਫਿਰ ਮੁਨਾਫਕਤ ਫਿਰ ਰੱਖੀ ਜੀ। ਮੁਨਾਫਕ ਬੰਦਾ ਜਿਹੜਾ ਹੁੰਦਾ ਨਾ ਕਿਉਂ ਭਾਈ, ਬਿਲਕੁਲ ਜੀ ਬਿਲਕੁਲ। ਮੁਨਾਫਕ ਦੀ ਯਾਰੀ ਨਹੀਂ ਹੋਣੀ ਚਾਹੀਦੀ। ਦੁਸ਼ਮਣ ਬਿਲਕੁਲ। ਹੋਵੇ, ਦੁਸ਼ਮਣ ਦੀ ਠੀਕ ਹੈ, ਖੈਰ ਹੁਣ ਇੰਡੀਆ ਸਾਡਾ ਦੁਸ਼ਮਣ ਆ ਨਾ, ਦੁਸ਼ਮਣੀ ਕਰਦੇ ਉਹਦੇ ਨਾਲ, ਤੇ ਮੁਨਾਫਕ ਨੇ ਹਾਂਜੀ ਹਾਂਜੀ ਮੁਨਾਫਕ ਨਹੀਂ ਹੋਣਾ ਚਾਹੀਦਾ, ਇਸੇ ਤੋਂ ਮੁਨਾਫਕ ਅਸੀਂ ਕੱਢ ਦਿੱਤੇ। ਬਿਲਕੁਲ ਜੀ। ਪਿਛਲੀ ਵਾਰੀ ਬੜੀ ਕਣਕ ਮਹਿੰਗੀ ਸੀ, ਇਮਰਾਨ ਖਾਨ ਦੀ ਹਕੂਮਤ 3 ਸਾਲਾਂ ਚ ਨਾ ਕਣਕ ਇੰਨੀ ਮਹਿੰਗੀ ਹੋ ਗਈ, ਮੈਂ ਨਾ 20-25 ਕਿੱਲੇ ਜ਼ਮੀਨ ਠੇਕੇ ਰੱਖੀ ਤੇ ਕਿਸੇ ਦੀ ਬੱਕਰੀ ਨਾ ਵੜਨ ਦੇਣੀ, ਤੇ ਜਾਂ ਕੋਈ ਬੱਚਾ ਵੜ ਜਾਣਾ ਮੈਂ ਦੌੜ ਤੇ ਕੁੱਤਿਆ ਮਗਰ ਲੱਗਣੀ। ਪਿੰਡ ਚ ਆਖਣਾ, ਪੂਰੇ ਪਿੰਡ ਨੇ ਆਖਣਾ ਇਹ ਗੰਦਾ ਬੰਦਾ ਵਾ, ਇਹਨੇ ਜ਼ਮੀਨ ਕੀ ਰੱਖ ਲਈ। ਉਹ ਚਲੋ ਵੀ ਜੋ ਘਾਟਾ ਮੁਨਾਫਾ ਹੋਣਾ ਸੀ ਹੋ ਗਿਆ। ਐਤਕੀ ਕੋ ਅਮਨ ਕੋ ਕਣਕ ਦਾ ਰੇਟ ਘਟਿਆ, ਗਰੀਬ ਨੇ ਵੀ ਲੈ ਕੇ ਖਾਧੀ। ਐਤਕੀ ਹੁਣ ਮੈਂ ਨਾ ਪਿੰਡ ਚ ਜਾਣਾ ਤੇ ਬੱਕਰੀਆਂ ਇਕੱਠੀਆਂ ਕਰਕੇ ਨਾ ਲੋਕਾਂ ਦੀਆਂ ਤੇ ਆਪਦੀ ਕਣਕ ਚ ਚਰਾਉਣਾ ਵਾ। ਤਾਂ ਮੈਂ ਇਸ ਲਈ ਇੱਥੇ ਅਗਦੇ ਰਕਬੇ ਚ ਬੈਠਾ, ਕੋ ਬੱਕਰੀ ਬਾਹਰ ਫਿਰਦੀ ਤੁਰਦੀ ਹੋਵੇ ਨਾ ਤੇ ਮੈਂ ਲਿਆ ਕੇ ਆਪਦੀ ਕਣਕ ਚਰਾ ਚਰੂ ਲੈਣਾ ਵੀ ਚਲੋ ਪੇਟ ਪੂਜਾ ਹੋ ਜੇ ਬੱਕਰੀਆਂ ਦੀ। ਇਹ ਮਤਲਬ ਗੱਲ ਕਰਨ ਦਾ ਇਹ ਕਿ ਰੱਬ ਦੀ ਰਹਿਮਤ ਹੈ, ਅਗਰ ਕੋਈ ਫਸਲ ਦੇ ਵਿੱਚੋਂ ਕੋਈ ਚੀਜ਼ ਜਾਨਵਰ ਚੁਗ ਜੇ ਨਾ ਤੇ ਰੱਬ ਦੀ ਰਹਿਮਤ ਹੈ। ਤੇ ਤੁਸੀਂ ਰੱਬ ਦੀ ਰਹਿਮਤ ਨੂੰ ਪਿਛਾਂ ਕਰੀ ਜਾਓ, ਪਿਛਾਂ ਕਰੀ ਜਾਓ, ਤੇ ਫਿਰ ਬੇੜਾ ਕਰ ਕੀ ਹੋਣਾ ਵੀਰੇ, ਹੋਰ ਤੁਹਾਡਾ ਕੀ ਹੋਊ। ਅੱਛਾ, ਉਹ ਕਣਕ ਤੋਂ ਗੱਲ ਚੇਤੇ ਆ ਗਈ ਵੀ ਆਪਾਂ ਜ਼ਿਮੀਦਾਰ ਆ, ਤਾਂ ਉਹ ਨਾ ਬੰਦਾ ਇੱਕ ਸੀ ਜ਼ਿਮੀਦਾਰ, ਹੁਣ ਕਣਕ ਦਾ ਮੌਸਮ ਫਿਰ ਆਇਆ ਖੜਾ। ਹਾਂਜੀ ਉਹ ਕਣਕ ਬੰਦੇ ਨੇ ਗਾਈ, ਉਹ ਨਾ ਤੂੜੀ ਦੀ ਧਾੜ ਲੱਗ ਗਈ, ਤੂੜੀ ਧਾੜ 200 ਮਣ ਦੀ ਧਾੜ ਲੱਗ ਗਈ ਵੱਡੀ ਸਾਰੀ। ਉਹ ਦਾਣੇ ਤੋਂ ਚੱਕ ਕੇ ਲੈ ਗਿਆ ਤੇ ਧਾੜ ਉਹਨਾਂ ਨੇ ਬਣਾਈ ਤੇ ਲਿਪੀ ਨਾ। ਤੇ ਜ਼ਿਮੀਦਾਰ ਬੰਦੇ ਜਾਣਦੇ ਇਸ ਗੱਲ ਨੂੰ। ਜ਼ਿਮੀਦਾਰ ਨੂੰ ਕਹਿੰਦੇ ਜੀ ਇਹ ਆਖੇ ਮਾਫੀਆ। ਵਾਹ ਮਾਫੀਆ ਜ਼ਿਮੀਦਾਰ ਨਹੀਂ, ਮਾਫੀਆ ਹੋਰ ਨੇ ਹਾਂਜੀ ਜਿਨ੍ਹਾਂ ਨੇ ਇਹ ਜ਼ਿਮੀਦਾਰ ਨੂੰ ਲੁੱਟ ਲਿਆ। ਅੱਛਾ, ਉਹ ਜੀ ਜ਼ਿਮੀਦਾਰ ਨੇ ਕੀ ਕੀਤਾ ਵੀ ਉਹਨੇ ਧਾੜ ਬਣਾਤੀ ਵੱਡੀ ਸਾਰੀ, ਤੇ ਉਹ ਚਲੇਗਾ ਤੇ ਰਾਤ ਨੂੰ ਅੱਲਾ ਦੀ ਕਰਨੀ ਰਾਤ ਨੂੰ ਨੇਰ ਚ ਚੱਲੇ, ਉਹ ਸਾਰੀ ਤੂੜੀ ਉੱਡ ਗਈ। ਤੇ ਉਹ ਜਦੋਂ ਆ ਕੇ ਵੇਖਿਆ ਜ਼ਿਮੀਦਾਰ ਨੇ ਵੀ ਤੂੜੀ ਤਾਂ ਹੈ ਨਹੀਂ, ਉਹ ਦਿਲ ਨੂੰ ਲਾ ਗਿਆ ਗੱਲ, ਯਾਨੀ ਹੌਲਾ ਪੈ ਗਿਆ। ਉਹਨੇ ਆਖਿਆ ਉਹ ਵੀ ਅੱਲਾ ਪਾਕ ਨੇ ਜਾਨਵਰਾਂ ਦਾ ਰਿਜ਼ਕ ਦਿੱਤਾ ਸੀ ਤੇ ਉਹ ਉੱਡ ਗਿਆ ਸਾਰਾ। ਜਿਹੜਾ ਬੰਦਾ ਨਾ ਕਿਸਾਨ ਜਿਹਨੂੰ ਤੁਸੀਂ ਮਾਫੀਆ ਕਹਿੰਦੇ ਜੇ, ਇਹ ਬੜਾ ਸੋਚਦਾ ਐਵੇਂ ਵੀ ਇਹ ਕਣਕ ਕੱਢਦਾ ਉਹ ਕਿੰਨੀ ਖਲਕਤ ਖਾਂਦੀ, ਖਰੇ ਕਿੱਥੇ ਕਿੱਥੇ ਤੱਕ ਜਾਂਦਾ, ਦਾਣਾ ਪਰਿੰਦੇ ਖਾਂਦੇ, ਜਾਨਵਰ ਖਾਂਦੇ, ਇਨਸਾਨ ਖਾਂਦੇ, ਹਾਂਜੀ ਮੱਛੀਆਂ ਤੱਕ ਉਹ ਲੋਕੀ ਰੋਟੀ ਬਣਾ ਕੇ ਦਰਿਆਵਾਂ ਨਹਿਰਾਂ ਛੱਡਦੇ। ਉਹ ਇਹ ਸਾਰਾ ਕੁਝ ਕਿਸਾਨ ਕਰਦਾ। ਫਿਰ ਉਹ ਤੂੜੀ ਆ, ਕਿਸਾਨ ਨੂੰ ਉਹਦੀ ਫਿਕਰ ਆ ਵੀ ਇਹ ਜਾਨਵਰਾਂ ਨੇ ਖਾਣੀ ਆ, ਵੀ ਜਾਨਵਰ ਤੂੜੀ ਨਹੀਂ ਖਾਊਗਾ, ਪੱਠਾ ਨਹੀਂ ਖਾਊਗਾ, ਤੇ ਦੁੱਧ ਕਿੱਥੋਂ ਆਊਗਾ। ਕਹਿੰਦੀ ਉਹ ਕੋਠੀਆਂ ਵਾਲਿਆਂ ਨੂੰ ਦੁੱਧ ਕਿੱਥੋਂ ਜਾਣਾ, ਇੱਥੋਂ ਹੀ ਜਾਣਾ ਫਿਰ। ਅੱਛਾ, ਉਹਨੇ ਸੋਚਿਆ ਵੀ ਉਹ ਤੂੜੀ ਸਾਰੀ ਉੱਡ ਗਈ। ਉਹ ਲੈ ਉਹ ਗੱਲ ਹੀ ਦਿਲ ਨੂੰ ਲਾ ਗਈ। ਉਹਨੇ ਜਦੋਂ ਗੱਲ ਕਰਨੀ, ਘਰ ਜਾਵੇ ਬਾਹਰ ਜਾਵੇ, ਕਹਿੰਦਾ ਉਹ ਤੂੜੀ ਤੇ ਸਾਰੀ ਉੱਡ ਗਈ, ਜਿੱਥੇ ਬਵੇ ਕਵੇ ਤੂੜੀ ਸਾਰੀ ਉੱਡ ਗਈ। ਲੈ ਉਹ ਅੱਲਾ ਦੀ ਕਰਨੀ, ਉਹਦਾ ਮੁੰਡਾ ਬਾਹਰ ਦੇ ਮੁਲਕ ਰਹਿੰਦਾ ਸੀ, ਉਹਨਾਂ ਨੇ ਘਰ ਵਾਲਿਆਂ ਨੂੰ ਦੱਸਿਆ ਵੀ ਅੱਬਾ ਤੇਰਾ ਤਾਂ ਇਦਾਂ ਦਾ ਤੂੜੀ ਉੱਡ ਗਈ। ਤੇ ਗੱਲ ਹੀ ਦਿਲ ਨੂੰ ਲਾ ਗਿਆ, ਜਦੋਂ ਕੋਈ ਗੱਲ ਕਰਦਾ ਕਹਿੰਦਾ ਉਹ ਤੂੜੀ ਸਾਰੀ ਉੱਡ ਗਈ। ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਆਖਿਆ ਵੀ ਹੋਵੇ ਨਾ ਦੱਬੇ ਨੂੰ ਕੁਛ ਹੋ ਜਾਵੇ। ਉਹ ਦਵਾ ਪਾਕਿਸਤਾਨ ਆਇਆ, ਉਹਨੇ 10-12 ਦਿਨਾਂ ਚ ਨਾ 15-16 ਲੱਖ ਰੁਪਏ ਲਾ ਕੇ ਆਪਦੇ ਅੱਬੇ ਦਾ ਵੀਜ਼ਾ ਲਵਾਇਆ, ਉਹਨੂੰ ਵੀ ਨਾਲ ਬਾਹਰ ਲੈ ਗਿਆ। ਉਹਨੇ ਆਖਿਆ ਵੀ ਉੱਥੇ ਤੁਰੇ ਫਿਰੇਗਾ, ਉਹ ਗੱਲ ਭੁੱਲ ਜੂਗੀ। ਉਹਨੇ ਜਨਾਬ 15 ਦਿਨ ਲਾਇਆ ਉਹਦੇ ਅੱਬੇ ਨੂੰ, ਕਦੀ ਉਹਨੂੰ ਸਮੁੰਦਰ ਤੇ ਲੈ ਜਾਣਾ, ਕਦੀ ਉਹ ਆਪਣੇ ਬੁਰਜ ਖਲੀਫਾ ਵਿਖਾਉਣਾ, ਕਦੀ ਪਾਰਕ ਵਿਖਾਉਣੇ, ਚਿੜੀਆ ਘਰ ਵਿਖਾਉਣੇ, ਵੰਨ ਸਵੰਨੀ। ਉਹਨੇ 15 ਦਿਨਾਂ ਵਿੱਚ ਨਾ ਪੂਰਾ ਮੁਲਕ ਫਰਾਤਾ ਬਾਹਰ ਦਾ। ਸਹੀ। ਉਹ ਇੱਕ ਦਿਨ ਹੁਣ 15 ਦਿਨਾਂ ਬਾਅਦ ਨਾ ਉਹ ਦਰਿਆ ਦੇ ਕਿਨਾਰੇ ਤੇ ਬੈਠੇ ਹੋਣ, ਤੇ ਉੱਥੇ ਆਪਦੇ ਅੱਬੇ ਨੂੰ ਨਾਲ ਲੈ ਗਿਆ। ਤੇ ਉੱਥੇ ਨਾ ਉਹ ਗੋਰੀਆਂ ਨਹਾਉਂਦੀਆਂ ਪਈਆਂ ਹੁਣ, ਉਹਨਾਂ ਕੱਛੇ ਪਾਏ ਹੁਣ, ਨਹਾਉਂਦੀਆਂ ਪਈਆਂ ਹੁਣ, ਗੋਰੇ ਨਹਾਉਂਦੇ ਪਏ ਹੁਣ, ਤੇ ਉਹ ਹਵਾ ਚੱਲਦੀ ਪਈ, ਬੜਾ ਸੋਹਣਾ ਮਾਹੌਲ ਹੋਵੇ ਉੱਥੇ। ਆਵੇ ਦੋਵੇਂ ਪਿਓ ਪੁੱਤਰ ਲੰਮੇ ਪਿਆ ਕੁਰਸੀਆਂ ਤੇ, ਬਣਾ ਸਵਾਰ ਕੇ ਮੁੰਡਾ ਆਪਦੇ ਅੱਬੇ ਨੂੰ, ਅੱਬਾ ਆ ਕੇ ਵੇਖ ਇਹ ਚਿੱਟੀ ਰੇਤ ਆ, ਨੀਲਾ ਪਾਣੀ ਆ, ਕਿੱਡਾ ਸੋਹਣਾ ਆਸਮਾਨ ਆ, ਤੇ ਕਿੰਨੀ ਸੋਹਣੀ ਹਵਾ ਚੱਲਦੀ। ਕਹਿੰਦਾ ਗੋਰੀਆਂ ਨਹਾਉਂਦੀਆਂ, ਗੋਰੇ ਨਹਾਉਂਦੇ ਫਿਰਦੇ। ਕਹਿੰਦੇ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ। ਕਹਿੰਦੇ ਇਹਨਾਂ ਨੂੰ ਕਾਹਦੀ ਟੈਨਸ਼ਨ ਹੋਣੀ, ਕਹਿੰਦਾ ਤੂੜੀ ਤਾਂ ਆਪਣੀ ਉੱਡੀ ਆ, ਇਹਨਾਂ ਨੂੰ ਕਾਹਦੀ ਟੈਨਸ਼ਨ ਹੋਣੀ ਹੈ। ਜ਼ਿੰਮੇਦਾਰ ਨੇ ਏਦਾਂ ਮਾਰ ਗਿਆ, ਇਹਨਾਂ ਨੂੰ ਕਾਹਦੀ ਟੈਨਸ਼ਨ, ਤੂੜੀ ਤਾਂ ਸਾਡੀ ਉੱਡੀ ਆ। ਤੂੜੀ ਸਾਡੀ। ਐਸੇ ਬੰਦੇ ਵੀ ਹੈਗੇ ਨੇ ਯਾਰ, ਵੀ ਜਿਹੜੇ ਨਾ ਵੀ ਆਪਦਾ ਨੁਕਸਾਨ ਨਹੀਂ ਭੁੱਲਦੇ। ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ, ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੀ ਲਾਈਕ ਕਰ ਦਿਓ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮੈਂ ਤੇ ਗਯੂਮ ਭਾਈ ਅਸੀਂ ਇਸ ਚੈਨਲ ਤੇ ਫਨੀ ਵੀਡੀਓ ਪਾਉਂਦੇ ਰਹਿੰਦੇ। ਅਗਰ ਤੁਸੀਂ ਫਨੀ ਵੀਡੀਓ ਵੇਖਣੇ ਆ ਤੇ ਇਹਦੇ ਤੋਂ ਪਿਛਾਂ ਨੂੰ ਹੋਰ ਵੀ ਕਾਫੀ ਸਾਰੀਆਂ ਫਨੀ ਵੀਡੀਓ ਨੇ, ਤੁਸੀਂ ਵੇਖ ਸਕਦੇ ਹੋ। ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।